ਅਸੀਂ ਬਹੁਤ ਢਿੱਲੇ ਹਾਂ, ਹਨੇਰਾ ਰਾਕਟ ਦੀ ਚਾਲ ਚੱਲਦਾ ਹੈ। ਦੋਸਤੋ, ਲਾਲ ਸਿੰਘ ਦਿਲ ਦੀਆਂ ਇਹ ਦੋ ਸਤਰਾਂ ਅਸੀਂ ਢਿੱਲੇ, ਹਨੇਰਾ ਰਾਕਟ ਦੀ ਚਾਲ ਅੱਜ ਵੀ ਢੁਕਵੀਆਂ ਨੇ, ਸਦੀਆਂ ਤੱਕ ਢੁਕਵੀਆਂ ਰਹਿਣਗੀਆਂ। ਹਾਲਾਂਕਿ ਕਿਸਾਨੀ ਅੰਦੋਲਨ ਨੇ ਇਹਦੇ ਵਿੱਚੋਂ ਇੱਕ ਰਾਹਤ ਵਾਲੀ ਗੱਲ ਇਹ ਦਿੱਤੀ ਕਿ ਅਸੀਂ ਢਿੱਲੇ ਨਹੀਂ ਵੀ ਰਹਿ ਸਕਦੇ, ਅਸੀਂ ਕੱਛੇ ਵੀ ਜਾ ਸਕਦੇ ਹਾਂ। ਇਸੇ ਕਰਕੇ ਸਾਨੂੰ ਹਰ ਵਾਰ ਕਹਿਣਾ ਪੈਂਦਾ, ਬੋਲ ਜ਼ੁਬਾਨ ਅਬ ਤੇਰੀ ਹੈ। ਤੇ ਤੁਹਾਡੀ ਜ਼ੁਬਾਨ ਨੂੰ ਦੂਸਰੇ ਕੰਨਾਂ ਤੱਕ ਪਹੁੰਚਾਉਣ ਲਈ ਮੈਂ ਹਾਜ਼ਰ ਹਾਂ ਇਸ ਪ੍ਰੋਗਰਾਮ 'ਚ ਦੇਸ ਰਾਜ ਕਾਲੀ। ਅਸੀਂ ਬਹੁਤ ਢਿੱਲੇ ਹਾਂ। ਮੈਂ ਸਭ ਤੋਂ ਵੱਡੀ ਉਦਾਹਰਣ ਤੁਹਾਨੂੰ ਦੱਸਣਾ ਦੋਸਤੋ, ਅਸੀਂ ਅਜੇ ਭੰਬਲ ਭੂਸੇ 'ਚ ਪਏ ਹੋਏ ਹਾਂ। ਪੂਰੇ ਸਾਡੀ ਸਰਕਾਰ, ਪੰਜਾਬ ਸਰਕਾਰ ਔਰ ਕਿਸਾਨ ਆੜਤੀਏ ਭੰਬਲ ਭੂਸਾ ਏ ਕਿ ਜਿਣਸਾਂ ਦੀ ਅਦਾਇਗੀ ਦਾ ਮਾਮਲਾ ਅਧਰ 'ਚ ਹੈ। ਕਲੈਰਿਟੀ ਕੋਈ ਨਹੀਂ ਆ। FCI ਨੇ, ਫੂਡ ਕਾਰਪੋਰੇਸ਼ਨ ਆਫ ਇੰਡੀਆ, ਲੈਟਰ ਕੱਢ ਦਿੱਤੀ ਕਿ ਭਾਈ ਜਿਨ੍ਹਾਂ ਕਿਸਾਨਾਂ ਦਾ ਨੰਬਰ 2 ਇਹ ਵੀ ਹੈ, ਪੰਜਾਬ ਲਈ ਹੋਰ, ਹਰਿਆਣੇ ਲਈ ਹੋਰ। ਅਸੀਂ ਹਰਿਆਣਾ ਮਾਡਲ ਮੰਗਣ ਡਏ ਹਾਂ ਕਿ ਕਿਸਾਨ ਚਾਹੁਣ ਤਾਂ ਆਪਣੇ ਖਾਤਿਆਂ 'ਚ, ਚਾਹੁਣ ਤਾਂ ਆੜਤੀਆਂ ਦੇ ਖਾਤੇ 'ਚ ਅਦਾਇਗੀ ਪਵਾ ਲੈਣ। ਤੇ FCI ਨੇ ਲੈਟਰ ਕੱਢ ਦਿੱਤੀ, ਜਿਨ੍ਹਾਂ ਕਿਸਾਨਾਂ ਦਾ ਲੈਂਡ ਰਿਕਾਰਡ ਆਨਲਾਈਨ ਨਹੀਂ ਹੋਊਗਾ ਉਹਨਾਂ ਦੀ ਜੈਂਟਸ ਨਹੀਂ ਚੱਕੀ ਜਾਊਗੀ। ਅਸੀਂ ਪਿਛਲੇ ਦਿਨਾਂ 'ਚ ਬੀਬੀ ਹਰਸਿਮਰਤ ਬਾਦਲ ਹੋਰਾਂ ਨੂੰ ਪਾਰਲੀਮੈਂਟ 'ਚ ਬੜੇ ਉੱਚੇ ਸੁਰ ਦੇ ਵਿੱਚ, ਦਬੰਗ ਆਵਾਜ਼ ਦੇ ਵਿੱਚ ਔਰ ਕਲੈਰਿਟੀ ਵਾਲੀ ਆਵਾਜ਼ ਦੇ ਵਿੱਚ, ਸਾਫ਼ ਸ਼ਬਦਾਂ ਦੇ ਵਿੱਚ ਸਰਕਾਰ ਕੋਲੋਂ ਪੁੱਛਿਆ ਗਿਆ ਕਿ ਭਾਈ ਸਾਡਾ ਲੈਂਡ ਰਿਕਾਰਡ ਕਿੱਥੇ ਆਨਲਾਈਨ ਹੋ ਜਾਏਗਾ ਐਡੀ ਜਲਦੀ? ਸਾਡੇ ਤਾਂ ਅਜੇ ਪੁਰਖਿਆਂ ਦੇ ਨਾਂ ਹੀ ਲੈਂਡ ਹੈ, ਬਜ਼ੁਰਗਾਂ ਦੇ ਨਾਂ ਹੀ ਲੈਂਡ ਹੈ, ਕਿਸਾਨਾਂ ਨੇ ਆਪਣੇ ਨਾਂ ਚੜ੍ਹਾਈ ਨਹੀਂ। ਉਹ ਬਜ਼ੁਰਗ ਜਿਹੜੇ ਕਿਤੇ ਚੜ੍ਹਾਈ ਕਰ ਗਏ ਨੇ ਬੜੇ ਦੇਰ ਦੇ। ਵੈਸੇ ਹੀ ਲੈਂਡ ਰਿਕਾਰਡ ਦਾ ਤਾਂ ਹਿਸਾਬ ਜਿਹੜਾ ਪੰਜਾਬ ਸਰਕਾਰ ਨੇ ਜਦ ਦਾ ਕੰਪਿਊਟਰਾਈਜ਼ਡ ਕਰਨ ਦੀ ਕੋਸ਼ਿਸ਼ ਕੀਤੀ ਆ, ਉਹ ਬੇੜਾ ਗਰਕ ਹੋ ਗਿਆ। ਉਹ ਤਾਂ ਪ੍ਰਾਈਵੇਟ ਕੰਪਨੀਆਂ ਨੂੰ ਦੇ ਕੇ, ਜਿਨ੍ਹਾਂ NRIs ਨੇ ਜਾਂ ਦੂਸਰੇ ਲੋਕਾਂ ਨੇ ਠੇਕੇ 'ਤੇ ਜ਼ਮੀਨਾਂ ਦਿੱਤੀਆਂ, ਸਾਡੇ ਤਾਂ ਮੂੰਹੋਂ ਤੋਂ ਹੀ ਜ਼ਬਾਨੀ ਕਲਾਮੀ ਦੇ ਦਿੰਦੇ ਨੇ। ਉਹ ਤਾਂ ਪੂਰਾ ਰਿਕਾਰਡ ਹੀ ਕੋਈ ਨਹੀਂ ਹੁੰਦਾ ਉਹਨਾਂ ਕੋਲ। ਉਹਨਾਂ ਦੀ ਫਸਲ ਕਿੱਥੇ ਜਾਊਗੀ? ਕੌਣ ਚੁੱਕੇਗਾ? ਤੇ ਕੇਂਦਰ ਦਾ ਵਤੀਰਾ ਦੇਖੋ ਕੀ ਆ। ਸਾਡੇ ਖੁਰਾਕ ਤੇ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਹੋਰਾਂ ਨੇ ਲੈਟਰ ਲਿਖੀ। ਉਹ ਅੱਜ ਤਲਖ ਹੋ ਕੇ ਬੋਲੇ ਨੇ ਕਿ ਤੁਸੀਂ ਸਾਨੂੰ ਕਿਸ ਪਾਸੇ ਸੁੱਟਣਾ ਚਾਹੁੰਦੇ ਹੋ, ਸਾਨੂੰ ਕਲੀਅਰ ਕਿਉਂ ਨਹੀਂ ਹੋ ਰਿਹਾ ਸਾਰਾ। ਉਹਨਾਂ ਨੇ ਲੈਟਰ ਲਿਖੀ ਕੇਂਦਰੀ ਗ੍ਰਹਿ ਮੰਤਰੀ ਨੂੰ ਕਿ ਮੈਨੂੰ ਵਕਤ ਦਿੱਤਾ ਜਾਵੇ, ਮੈਂ ਸਮਝਣਾ ਚਾਹੁੰਦਾ ਆ। ਉਹਨਾਂ ਨੇ ਲਾਰਾ ਲਾਇਆ ਸੀਗਾ ਕਿ ਹਰਿਆਣਾ ਮਾਡਲ ਜਿਹੜਾ ਪੰਜਾਬ ਦੇ ਵਿੱਚ ਵੀ ਲਾਗੂ ਕੀਤਾ ਜਾਏਗਾ। ਉਹਨਾਂ ਦੀ ਲੈਟਰ ਦਾ ਕੋਈ ਜਵਾਬ ਹੀ ਨਹੀਂ ਮੰਤਰਾਲੇ ਵੱਲੋਂ, ਕਿਉਂਕਿ ਅਮਿਤ ਸ਼ਾਹ ਹੋਰੀ ਤਾਂ ਦੱਖਣ 'ਚ ਬੈਠੇ ਨੇ ਜਿੱਥੇ ਚੋਣਾਂ ਚੱਲ ਰਹੀਆਂ। ਉਹ ਤਾਂ ਪ੍ਰਚਾਰ ਪ੍ਰਸਾਰ 'ਚ ਲੱਗੇ ਹੋਏ ਨੇ। ਉਹਨਾਂ ਨੇ ਕੀ ਲੈਣਾ ਤੁਹਾਡੇ ਖੁਰਾਕ ਤੇ ਸਪਲਾਈ ਮੰਤਰੀ ਕੋਲੋਂ? ਉਹ ਆਪਣੇ ਦੱਖਣ ਦੀਆਂ ਸੀਟਾਂ ਬਚਾਉਣ ਕਿ ਤੁਹਾਡੇ ਕਿਸਾਨ ਬਚਾਉਣ? ਆਸ਼ੂ ਨੂੰ ਵੀ ਪਤਾ ਹੋਣਾ ਚਾਹੀਦਾ ਭਾਈ, ਅਮਿਤ ਸ਼ਾਹ ਨੇ BJP ਬਚਾਉਣੀ ਆ, ਅਮਿਤ ਸ਼ਾਹ ਨੇ ਕਿਸਾਨ ਨਹੀਂ ਬਚਾਉਣੇ। ਜੇ ਕਿਸਾਨ ਬਚਾਉਣੇ ਹੁੰਦੇ ਤਾਂ 12 ਗੇੜ ਦੀ ਗੱਲਬਾਤ ਦੇ ਵਿੱਚ ਇੱਕ ਗੇੜ ਅਮਿਤ ਸ਼ਾਹ ਹੋਰਾਂ ਨਾਲ, ਔਰ ਉਹਨਾਂ ਨੇ ਉਸ ਵੇਲੇ ਕਿਸਾਨ ਜਥੇਬੰਦੀਆਂ ਪਾੜਨ ਦੀ ਕੋਸ਼ਿਸ਼ ਕੀਤੀ ਸੀ, ਸਿਰ ਜੋੜਨ ਦੀ ਨਹੀਂ ਸੀ। ਉਹਨਾਂ ਦਾ ਐਟੀਟਿਊਡ ਕੀ ਹੈ ਟੋਟਲ ਸਟੇਟਾਂ ਦੇ ਪ੍ਰਤੀ? ਅਮਿਤ ਸ਼ਾਹ ਹੋਰਾਂ ਦਾ ਇੱਕ ਘਾਗ ਐਟੀਟਿਊਡ। ਤੇ ਤੁਸੀਂ ਸੋਚਦੇ ਹੋ ਤੁਹਾਡੀ ਲੈਟਰ ਦਾ ਜਵਾਬ ਦੇ ਦੇਣਗੇ, ਤੁਹਾਨੂੰ ਟਾਈਮ ਦੇ ਦੇਣਗੇ? ਟਾਈਮ ਨਹੀਂ ਮਿਲਣਾ। ਭੰਬਲ ਭੂਸਾ ਉਵੇਂ ਕਾਇਮ ਹੈ। ਆੜਤੀਏ ਤੜਫੇ ਪਏ ਨੇ। ਪੱਕਾ ਮੋਰਚਾ ਲਾਉਣ ਦੀਆਂ ਗੱਲਾਂ ਆੜਤੀਆਂ ਨੇ ਕਰ ਦਿੱਤੀ। ਸਰਕਾਰ ਦੇ ਖਿਲਾਫ ਪੱਕਾ ਮੋਰਚਾ ਜਿਵੇਂ ਕਿਸਾਨਾਂ ਨੇ ਲਾਇਆ ਹੋਇਆ ਹੈ, ਉਹ ਕਿਸਾਨਾਂ ਦੀ ਹਮਾਇਤ 'ਤੇ ਵੀ ਆਏ ਸੀ। ਪਰੰਤੂ FCI ਨੇ ਅਜੇ ਬਿਲਕੁਲ ਕਲੀਅਰ ਨਹੀਂ ਕੀਤਾ। ਦੋਸਤੋ, ਹੋਰ 10 ਦਿਨਾਂ ਨੂੰ ਫਸਲ ਆ ਜਾਣੀ ਹੈ। ਕਣਕ 1 ਅਪ੍ਰੈਲ ਤੋਂ ਖਰੀਦ ਸ਼ੁਰੂ ਹੋ ਜਾਂਦੀ ਹੈ। ਸੋ ਸੈਂਟਰ ਦੇ ਮਨਸ਼ੇ ਇਹਨਾਂ ਕਾਨੂੰਨਾਂ ਨੂੰ ਲੈ ਕੇ ਕੀ ਨੇ, ਉਹ ਕਿਵੇਂ ਲਾਗੂ ਕਰਨੇ ਆ, ਉਹ FCI ਦੇ ਥਰੂ ਕਰ ਦੇਣ, ਹੋਰ ਏਜੰਸੀਆਂ ਦੇ ਥਰੂ ਕਰ ਦੇਣ, ਉਹ ਕਰਨ ਦੇ ਉੱਤੇ ਆ ਗਏ ਨੇ। ਜਿਣਸਾਂ ਦੀ ਅਦਾਇਗੀ ਨੂੰ ਲੈ ਕੇ ਭੰਬਲ ਭੂਸਾ ਬਹੁਤ ਇੱਕ ਭਿਅੰਕਰ ਤਸਵੀਰ ਆਉਣ ਵਾਲੀ ਹੈ ਅਪ੍ਰੈਲ ਮਈ ਦੇ ਵਿੱਚ ਤੁਹਾਡੇ ਸਾਹਮਣੇ, ਜੋ ਕਿਸਾਨਾਂ ਦੇ ਨਾਲ ਹੋਣਾ। ਐਵੇਂ ਦਾ ਹੀ ਇੱਕ ਭੁਚਾਲ ਪੱਛਮੀ ਬੰਗਾਲ 'ਚ ਆ ਗਿਆ 2 ਦਿਨ ਪਹਿਲਾਂ। ਸਿਆਸੀ ਭੁਚਾਲ। ਮਮਤਾ ਨੂੰ ਸੱਟ ਮਾਰੀ ਕਿਸੇ ਨੇ, ਕਾਰ ਕੋਲ ਖੜੀ ਨੂੰ ਕਾਰ ਦੀ ਤਾਕੀ 'ਚ ਡਿੱਗੀ ਹੈ ਪੈਰ ਤੇ ਗਿੱਟੇ ਦੀਆਂ ਹੱਡੀਆਂ ਤੇ ਸੱਟ। ਮੈਡੀਕਲ ਰਿਪੋਰਟ
ਪਲਾਸਟਰ ਤੇ ਹਸਪੀਟਲ ਵਾਲੀ ਫੋਟੋ ਨਿਕਲਦਿਆਂ ਸਾਰ ਤ੍ਰਿਣਮੂਲ ਕਾਂਗਰਸ ਦੇ ਕਾਰਕੁਨ ਗੁੱਸੇ 'ਚ ਆ ਗਏ। ਸੜਕਾਂ ਪ੍ਰਦਰਸ਼ਨਕਾਰੀਆਂ ਨਾਲ ਭਰ ਗਈਆਂ। ਬੀਜੇਪੀ ਦੇ ਕਾਰਕੁਨਾਂ ਨਾਲ ਭਿੜ ਗਏ। ਚੋਣ ਕਮਿਸ਼ਨ ਨੂੰ ਤਿੱਖੀ ਤਰ੍ਹਾਂ ਭਰਿਆ ਹੈ ਤ੍ਰਿਣਮੂਲ ਕਾਂਗਰਸ। क्या है कि इस हमले जिम्मेवारी चोण कमिशन लवे, क्योंकि लॉ एंड ऑर्डर चोण कमिशन कोल है इस टाइम। चोण कमिशन ने भी तिखी प्रतिक्रिया दी है। बीजेपी ने चोण कमिशन को इस सारे मामले की जांच की मांग कर रही है। कांग्रेस ने इनू ड्रामा कहा सी, परंतु तृणमूल कांग्रेस के उग्र हो जाने नाल एक सियासी भुचाल पश्चिमी बंगाल च आ गया। बीजेपी के सट लग सकती है। इस सट के कारण, ममता की सट के कारण बीजेपी नू चोणां च सट लग सकती है, क्योंकि एकता ते इकट्ठ जिहड़ा है तृणमूल कांग्रेस के कारकुनां ने, लोगों ने ममता प्रति ममता प्रगटाई है। बड़ा तिखा एक फेरबदल तुहानूं नज़र आएगा। बीजेपी ने बहुत ज़्यादा हिंदू मुस्लिम पाड़न दियां जिहड़े मनसूबे बनाए हुए सीगे, ਉਹ ਤੁਹਾਨੂੰ ਡੁੱਬਦੇ ਟੁੱਟਦੇ ਡਿੱਗਦੇ ਦਿਖਾਈ ਦੇਣਗੇ। ਮਮਤਾ ਪ੍ਰਤੀ ਲੋਕਾਂ ਦੀ ਮਮਤਾ ਜਿਹੜੀ ਆ ਉਹ ਉਗਰ ਰੂਪ ਦੇ ਵਿੱਚ ਸਾਹਮਣੇ ਆਈ ਆ। ਇਹਦਾ ਖਮਿਆਜਾ ਬੀਜੇਪੀ ਨੂੰ ਭੁਗਤਣਾ ਪੈ ਜਾਏਗਾ। ਯਾਦ ਰਹੇ, ਚੋਣ ਕਮਿਸ਼ਨ ਤੇ ਪਹਿਲਾਂ ਤੜਪੀ ਸੀ ਮਮਤਾ ਬੈਨਰਜੀ ਨੇ, ਤੜਪ ਜ਼ਾਹਰ ਕੀਤੀ ਸੀ। 8 ਗੇੜਾਂ ਦੀ ਚੋਣ ਦਾ ਮਤਲਬ ਬੀਜੇਪੀ ਲਈ ਕੰਮ ਕਰ ਰਿਹਾ ਹੈ ਚੋਣ ਕਮਿਸ਼ਨ। ਹੁਣ ਵੀ ਤ੍ਰਿਣਮੂਲ ਕਾਂਗਰਸ ਨੇ ਕਿਹਾ ਕਿ ਕਿਸੇ ਇੱਕ ਖਾਸ ਪਾਰਟੀ ਲਈ ਚੋਣ ਕਮਿਸ਼ਨ ਕੰਮ ਕਰ ਰਿਹਾ ਹੈ। ਮਮਤਾ ਤੇ ਹਮਲਾ ਔਰ ਉਹਦੀ ਜ਼ਿੰਮੇਵਾਰੀ ਜਿਹੜੀ ਆ ਚੋਣ ਕਮਿਸ਼ਨ ਨੂੰ ਲੈਣੀ ਚਾਹੀਦੀ ਆ। ਚੋਣ ਕਮਿਸ਼ਨ ਭਖਿਆ ਔਰ ਕਿਹਾ ਕਿ ਇਹੋ ਜਿਹੀਆਂ ਗੱਲਾਂ ਜਿਹੜੀਆਂ ਸ਼ੋਭਾ ਨਹੀਂ ਦਿੰਦੀਆਂ ਐਡੀਆਂ ਪਾਰਟੀਆਂ ਨੂੰ। ਪਰ ਸਿਆਸੀ ਭੁਚਾਲ ਜਿਹੜਾ ਹੈ ਪੱਛਮੀ ਬੰਗਾਲ 'ਚ, ਸਿਆਸੀ ਭੁਚਾਲ ਦਾ ਆਉਣਾ, ਇੱਕਦਮ ਜ਼ਰਜ਼ਰਾ ਆਉਣਾ ਜਿਹੜਾ ਹੈ ਉਹ ਭਾਰਤੀ ਸਿਆਸਤ ਦੇ ਵਿੱਚ ਬਹੁਤ ਵੱਡੀ ਘਟਨਾ ਦੋਸਤੋ ਸਾਬਤ ਹੋਏਗੀ, ਸਿੱਧ ਹੋਏਗੀ। पंजाब ਨਾਲ जुड़ी हुई खबर, एक बहुत अहम खबर, खास करके सिख भाईचारे नाल जुड़ी हुई खबर है कि पाकिस्तान की गुरुद्वारा प्रबंधक कमेटी ने SGPC नूं सद्दा पत्र भेजा है खालसा साजना दिवस के मौके, खास करके 14 अप्रैल नूं जिहड़ा मनाया जाने वाला समागम है। और SGPC की प्रधान बीबी जगीर कौर होरां दी प्रधानगी हेठ मीटिंग हुई है और उस मीटिंग दे विच सारियां विचारां कीतियां गईयां ने, थैंक्स किया गया, धन्नवाद किया गया पाकिस्तान की कमेटी का। और ये कहा गया कि 12 अप्रैल तो लैके 22 अप्रैल तक जथे भेजे जाणगे ਜਿਹੜੇ ਉੱਥੇ ਦੇ ਸਮਾਗਮਾਂ 'ਚ ਵੱਖ-ਵੱਖ ਹਿੱਸਾ ਲੈਣਗੇ, ਗੁਰਦੁਆਰਾ ਸਾਹਿਬਾਨਾਂ ਦੇ ਦਰਸ਼ਨ ਦਿਦਾਰੇ ਕਰਨਗੇ। ਪਰੰਤੂ ਚਿੰਤਾ ਵਾਲੀ ਜਿਹੜੀ ਗੱਲ ਮੈਨੂੰ ਨਜ਼ਰ ਆ ਰਹੀ ਹੈ, ਜੇ ਮੈਂ ਪਿੱਛੇ ਮਾੜਾ ਜਿਹਾ ਝਾਤੀ ਮਾਰਦਾ, ਪਿਛਲੇ ਮਹੀਨੇ ਦੇ ਵਿੱਚ ਸਾਕਾ ਨਨਕਾਣਾ ਸਾਹਿਬ ਦਾ 100ਵਾਂ ਵਰ੍ਹਾ ਬਹੁਤ ਮਹੱਤਵਪੂਰਨ, ਦੇਸ਼ ਦੀ ਆਜ਼ਾਦੀ ਦੇ ਵਿੱਚ ਸਿੱਖਾਂ ਦੀਆਂ ਕੁਰਬਾਨੀਆਂ ਦਾ ਬਹੁਤ ਮਹੱਤਵਪੂਰਨ ਕਾਂਡ, ਜਿਹਨੂੰ ਦੇ ਕੇ ਉਸ ਵੇਲੇ ਮਹਾਤਮਾ ਗਾਂਧੀ ਹੋਰੀ ਵਿਜ਼ਿਟ ਕਰਦੇ ਨੇ ਨਨਕਾਣਾ ਸਾਹਿਬ। ਉਸ ਤੋਂ ਬਾਅਦ ਉਹ ਇੱਕ ਲੈਟਰ ਲਿਖਦੇ ਨੇ ਔਰ ਇਹਨਾਂ ਦੇ ਸ਼ਾਂਤਮਈ ਅੰਦੋਲਨ ਦੀ ਪ੍ਰਸ਼ੰਸਾ ਕਰਦੇ ਆ, ਇਸ ਕੁਰਬਾਨੀ ਨੂੰ ਸਲੂਟ ਕਰਦੇ ਨੇ ਮਹਾਤਮਾ ਗਾਂਧੀ। ਉਸ ਵੇਲੇ ਬਹੁਤ ਵੱਡੇ ਆਗੂ ਕਾਂਗਰਸ ਦੇ ਸੀਗੇ, 125 ਦੇ ਕਰੀਬ ਸਿੱਖ ਸ਼ਹੀਦ ਹੋਇਆ ਸੀਗਾ ਨਨਕਾਣਾ ਸਾਹਿਬ। ਤਾਂ ਆਪਾਂ ਜਾਣਦੇ ਸਾਰੇ ਨਰੈਣੇ ਮਹੰਤ ਦੇ ਕਾਰਨ, ਅੰਗਰੇਜ਼ ਗੌਰਮੈਂਟ ਦੇ ਕਾਰਨ, ਪਾਰਟੀਕੂਲਰਲੀ ਅੰਗਰੇਜ਼ ਗੌਰਮੈਂਟ ਦੀ ਸ਼ਹਿ ਦੇ ਕਾਰਨ ਉਹਨਾਂ ਨੂੰ ਸ਼ਹਾਦਤਾਂ ਦੇ ਜਾਮ ਪੀਣੇ ਪੈ ਗਏ। 100ਵਾਂ ਵਰ੍ਹਾ ਸੀ, ਸਾਰੇ ਦਸਤਾਵੇਜ਼ ਮੁਕੰਮਲ ਹੋ ਗਏ, ਕੋਵਿਡ ਦੇ ਸੰਬੰਧ ਦੇ ਦਸਤਾਵੇਜ਼ ਮੁਕੰਮਲ ਹੋ ਗਏ। 2 ਦਿਨ ਪਹਿਲਾਂ ਡਿਸਟ੍ਰੀਬਿਊਟ ਹੋ ਗਏ ਪਾਸਪੋਰਟ, ਵੀਜ਼ੇ, ਹੋਰ ਸਾਰਾ ਕੁਝ ਡਿਸਟ੍ਰੀਬਿਊਟ ਹੋ ਗਿਆ। परंतु 2 दिन पहला भारत के गृह मंत्रालय वालों सुनेहा आ गया, नहीं जा सकता जत्था। सुरक्षा का मामला सुरक्षा का नहीं सी दोस्तों। केंद्र सरकार वालों किसानी अंदोलन नूं सिक्खी अंदोलन दे नाल जोड़ के, सिखां दे अंदोलन दे नाल जोड़ के एक नरेटिव घड़िया जा रहा। हुण नहीं असीं देखदे कि SGPC नूं लंगर लाउण खातर, टेंट लाउण खातर, पखे लाउण खातर हरजीत गरेवाल वर्गा ऐसा दिमागों हिलिया होया बंदा, किन्ने मन च उहदे किल ठुके होणगे। वो सारे जिहड़े मोदी दे ठुके हुए जिहड़े असीं बॉर्डरां दे उत्ते देखे, वो सारे बैरीकेड इत्थे होणगे, उहदे मन दे विच कंडियां वालीआं तारां उहदे दिमाग दे विच होणगीआं बंदे दे, जिहड़ा SGPC नूं लिखदा तुहानूं लंगर नहीं लाउणे चाहीदे उत्थे, ये गुरु की गोलक दा पैसा आ। वो अमानवी है। और बीबी जगीर कौर होरां ने असीं पहले भी गल कीती सी, उन्होंने ठोक के कहा तू थोड़ी दसेंगा सानूं सिੱਖੀ ਦੀਆਂ ਰਵਾयतां की हुंदियां।
ਓਏ ਅਸੀਂ ਭਾਈ ਘਨਈਏ ਦੀ ਔਲਾਦ ਹਾਂ, ਅਸੀਂ ਤਾਂ ਦੁਸ਼ਮਣਾਂ ਦੇ ਫੱਟਾਂ ਤੇ ਵੀ, ਤੁਸੀਂ ਉੱਥੇ ਕਿਸਾਨ ਨਹੀਂ ਦੇਖੇ? ਉਹ ਪੱਤਰਕਾਰਾਂ ਨੂੰ ਕਹਿੰਦੇ ਯਾਰ ਸਾਡੇ ਵਿਰੋਧ 'ਚ ਬੋਲ ਲਿਓ, ਕੋਈ ਗੱਲ ਨਹੀਂ, ਆਓ ਪਹਿਲਾਂ ਲੰਗਰ ਛਕੋ। ਉਹ ਪੁਲਿਸ ਨੂੰ ਕਹਿੰਦੇ ਡਾਂਗਾ ਮਾਰ ਲਿਓ, ਪਾਣੀ ਦੀਆਂ ਬਸ਼ਾਰਾਂ ਮਾਰ ਲਿਓ, ਗੋਲੇ ਅਥਰੂ ਗੈਸ ਦੇ ਸੱਟ ਲਿਓ, ਗੋਲੀਆਂ ਮਾਰ ਲਿਓ, ਪਹਿਲਾਂ ਲੰਗਰ ਛਕੋ। ਉਹ ਸਾਰਿਆਂ ਨੂੰ ਲੰਗਰ ਛਕਾਉਣ ਡਏ ਆ। ਤੁਸੀਂ ਲੰਗਰ ਦਾ ਮਹੱਤਵ ਕੀ ਬਣਾਇਆ ਹੋਇਆ? ਫਿਰ ਇਹ ਕਿਹਦਾ ਬਿਰਤਾਂਤ ਹੈ? ਇਹ ਕਿਹਦੀ ਸ਼ੈ ਹੈ ਗਰੇਵਾਲ ਨੂੰ? ਜਦ ਦਾ ਕਿਸਾਨੀ ਮੋਰਚਾ ਲੱਗਾ ਹੋਇਆ ਵਿੱਚ ਆਣ ਕੇ ਵਿਚੋਲੀਆ ਬਣਨ ਨੂੰ ਫਿਰਦਾ ਜਿਆਣੀ ਤੇ। ਔਰ ਇਹ ਸਾਰੇ ਦੇ ਸਾਰੀਆਂ ਗੱਲਾਂ ਜਿਹੜੀਆਂ ਆ ਉਹ ਵਿਸ਼ਲੇਸ਼ਣਕਰਤਾ ਨੂੰ ਇਸ ਕਰਕੇ ਨਾਲ ਜੋੜਨੀਆਂ ਪੈਂਦੀਆਂ ਕਿਉਂਕਿ ਇਹ ਸਾਰੇ ਦੇ ਸਾਰੇ ਬਿਰਤਾਂਤ ਘੜ ਕੇ ਇੱਕ ਖਾਸ ਨਿਸ਼ਾਨੇ ਤੇ ਇੱਕ ਖਾਸ ਟਾਰਗੇਟ ਦੇ ਉੱਤੇ ਕੰਮ ਕਰਦੇ ਨਜ਼ਰ ਆ ਰਹੇ ਹੁੰਦੇ ਆ। ਆਖਰੀ ਖਬਰ ਦੋਸਤੋ, ਫਰੀडम ਹਾਊਸ ਬਹੁਤ ਵੱਡੀ ਅਮਰੀਕਾ ਦੀ ਸੰਸਥਾ ਹੈ ਜਿਹੜੀ ਲੋਕਾਂ ਦੇ ਮਾਨਵੀ ਹੱਕਾਂ, ਹਿਊਮਨ ਰਾਈਟਸ ਦੇ ਵਾਇਲੇਸ਼ਨ ਜਿੱਥੇ ਵੀ ਦੇਸ਼ਾਂ ਦੇ ਵਿੱਚ ਹੁੰਦੀ ਆ, ਵੱਖ-ਵੱਖ ਦੇਸ਼ਾਂ ਦੇ ਵਿੱਚ ਉਹਨਾਂ ਦੇ ਅੰਕੜੇ ਇਕੱਠੇ ਕਰਕੇ ਔਰ ਉਹ ਸਿੱਟੇ ਕੁਝ ਕੱਢਦੇ ਨੇ, ਕੁਝ ਬਿਆਨ ਦਿੰਦੇ ਨੇ। ਭਾਰਤ ਬਾਰੇ ਉਹਨਾਂ ਨੇ ਕਿਹਾ ਸੀ ਅਧੂਰੀ ਆਜ਼ਾਦੀ ਹੈ, ਇੱਥੇ ਪੱਤਰਕਾਰਾਂ ਨੂੰ ਬੋਲਣ ਦੀ ਆਜ਼ਾਦੀ ਨਹੀਂ ਆ। ਕਿਸਾਨਾਂ ਦੇ ਨਾਲ ਜੋ ਕੁਝ ਹੋ ਰਿਹਾ ਹੈ ਔਰ 2014 ਤੋਂ ਲੈ ਕੇ ਅੱਜ ਤੱਕ ਮੋਦੀ ਲੈਡ ਗਵਰਨਮੈਂਟ ਵੱਲ ਨੂੰ ਉਹਨਾਂ ਨੇ ਖਾਸ ਕਰਕੇ ਕਿਹਾ ਸੀ ਕਿ ਪਾਰਸ਼ੀਅਲ ਫਰੀडम ਹੈ ਭਾਰਤ ਦੇ ਵਿੱਚ ਬੋਲਣ ਦੀ ਆਜ਼ਾਦੀ ਨਹੀਂ ਹੈ। ਅੱਜ ਰਾਹੁਲ ਗਾਂਧੀ ਹੋਰਾਂ ਦਾ ਬਿਆਨ ਲੱਗਾ ਹੋਇਆ ਸੀ। ਵੀਡੇਮ ਇੰਸਟੀਚਿਊਟ ਹੈ, ਬਹੁਤ ਵੱਡੀ ਇੰਸਟੀਚਿਊਟ ਹੈ ਸਵੀਡਨ ਦੀ, ਉਹਨਾਂ ਦੇ ਹਵਾਲੇ ਦੇ ਨਾਲ, ਉਹਨਾਂ ਦੀ ਰਿਪੋਰਟ ਦੇ ਹਵਾਲੇ ਦੇ ਨਾਲ ਉਹਨਾਂ ਨੇ ਕਿਹਾ ਕਿ ਭਾਰਤ ਵਿਸ਼ਵ ਭਰ ਦੇ ਵਿੱਚ ਜਮਹੂਰੀ ਮੁਲਕ ਹੋਣ ਦਾ ਦਾਅਵਾ ਤੋੜਦਿਆਂ ਹੁਣ ਸਿਰਫ ਚੁਣਾਵੀ ਜਮਹੂਰੀਅਤ, ਸਿੰਗਲ ਕੌਮਿਆਂ 'ਚ ਇਨਵਰਟਡ ਕੌਮਿਆਂ ਚੁਣਾਵੀ ਜਮਹੂਰੀਅਤ ਜਿਹੜੀ ਇਹਦੇ ਭਾਰਤ ਦੇ ਵਿੱਚ ਰਹਿ ਗਈ ਆ। ਵੀਡੇਮ ਇੰਸਟੀਚਿਊਟ ਦੇ ਹਵਾਲੇ ਦੇ ਨਾਲ ਰਾਹੁਲ ਗਾਂਧੀ ਹੁਣੀ, ਕਾਂਗਰਸ ਦੇ ਲੀਡਰ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਗੱਲ ਕਰ ਰਹੇ ਸੀਗੇ ਕਿ ਚੁਣਾਵੀ ਜਮਹੂਰੀਅਤ, ਭਾਰਤ ਜਮਹੂਰੀਅਤ ਪਸੰਦ ਮੁਲਕ ਨਹੀਂ ਰਿਹਾ ਹੈ ਔਰ ਅਧੂਰੀ ਆਜ਼ਾਦੀ। ਫਰੀडम ਹਾਊਸ ਨੇ ਗੱਲ ਕਹੀ ਸੀ। ਇੱਧਰ ਚੁਣਾਵੀ ਜਮਹੂਰੀਅਤ ਦੀ ਗੱਲ ਚੱਲ ਪਈ ਆ ਵਿਸ਼ਵ ਭਰ ਦੇ ਵਿੱਚ। ਅਸੀਂ ਪਿਛਲੇ ਦਿਨਾਂ 'ਚ ਗੱਲਾਂ ਕੀਤੀਆਂ, ਬਰਤਾਨਵੀ ਸੰਸਦ ਦੇ ਵਿੱਚ ਤੋਏ ਹੋਈ 15 ਤਰੀਕ ਨੂੰ ਆਸਟ੍ਰੇਲੀਅਨ ਸੰਸਦ ਦੇ ਵਿੱਚ ਇਹੀ ਗੱਲਾਂ ਵਿਚਾਰ ਹੋਣੀਆਂ। ਕੈਨੇਡਾ ਅਮਰੀਕਾ ਵੱਲੋਂ ਸਾਨੂੰ ਵਾਰ-ਵਾਰ ਦਿਖਾਈ ਦੇ ਰਿਹਾ ਹੈ। ਉੱਤਰ ਭਾਰਤ ਦੇ ਵਿੱਚ ਕਿਸਾਨ ਅੰਦੋਲਨ 'ਚ ਲੱਗਾ ਹੋਇਆ ਹੈ ਔਰ ਦੱਖਣ ਦੇ ਵਿੱਚ ਚੋਣ ਭਖੀ ਹੋਈ ਹੈ। ਔਰ ਇੱਧਰ ਅੰਦੋਲਨਕਾਰੀਆਂ ਨੇ ਕੱਲ ਬਹੁਤ ਵੱਡੀ ਇੱਕ ਮੀਟਿੰਗ ਕਰਕੇ, ਕਿਉਂਕਿ ਪੱਛਮੀ ਬੰਗਾਲ 'ਚ 294 ਸੀਟਾਂ 'ਤੇ ਚੋਣ ਲੜੀ ਜਾ ਰਹੀ ਹੈ, 294 ਗੱਡੀਆਂ ਦੇ ਕਾਫਲੇ ਨੂੰ ਭਾਜਪਾ ਨੂੰ ਵੋਟ ਨਾ ਦਿਓ, ਸਜ਼ਾ ਦਿਓ ਕਹਿ ਕੇ ਰਵਾਨਾ ਕੀਤਾ ਹੈ। 294 ਗੱਡੀਆਂ ਪੱਛਮੀ ਬੰਗਾਲ 'ਚ ਪਹੁੰਚ ਗਈਆਂ ਨੇ। ਕਿਸਾਨਾਂ ਦੀ ਅਗਵਾਈ ਦੇ ਵਿੱਚ ਲੋਕਾਂ ਤੱਕ ਜਾਣਗੇ, ਕਿਸਾਨਾਂ ਤੱਕ ਜਾਣਗੇ ਔਰ ਕਹਿਣਗੇ ਕਿ ਭਾਜਪਾ ਨੂੰ ਵੋਟ ਨਹੀਂ, ਸਜ਼ਾ ਦਿਓ। ਔਰ ਵੋਟ ਕੀ ਚੋਟ, ਸੰਯੁਕਤ ਕਿਸਾਨ ਮੋਰਚੇ ਵੱਲੋਂ ਇੱਕ ਸੁਨੇਹਾ ਆ ਗਿਆ, ਵੋਟ ਕੀ ਚੋਟ। ਹਰਿਆਣੇ ਵਿੱਚ ਬੇਭਰੋਸਗੀ ਮਤਾ ਡਿੱਗਣ ਦੇ ਨਾਲ ਵੀ ਬਿਲਕੁਲ ਪੱਛਮੀ ਬੰਗਾਲ ਵਰਗਾ ਹਾਲਾਤ ਹੋਏ ਪਏ ਨੇ। ਬੜੇ ਤਿੱਖੇ ਰੋਹ ਦੀ ਆਵਾਜ਼ ਸਾਨੂੰ ਸੁਣਾਈ ਦਿੱਤੀ ਆ। ਜੀਂਦ ਹਿਸਾਰ ਚੱਕਾ ਜਾਮ ਕਰ ਦਿੱਤਾ ਗਿਆ। ਵਿਧਾਇਕ, ਜਿਨ੍ਹਾਂ 55 ਵਿਧਾਇਕਾਂ ਨੇ ਵੋਟ ਬੇਭਰੋਸਗੀ ਮਤੇ ਦੇ ਪੱਖ 'ਚ ਪਾਈ ਆ, ਮਤਾ ਡਿੱਗ ਗਿਆ ਹੈ, ਜਿਨ੍ਹਾਂ ਨੇ ਉਹਨਾਂ ਦੇ ਸਮਾਜਿਕ ਬਾਈਕਾਟ ਦਾ ਐਲਾਨ ਕੀਤਾ ਹੈ, ਉਹਨਾਂ ਦੇ ਪੁਤਲੇ ਫੂਕੇ ਨੇ, ਨਾਅਰੇਬਾਜ਼ੀ ਕੀਤੀ ਹੈ। ਬਹੁਤ ਤਿੱਖਾ ਪ੍ਰਤੀਕਰਮ ਜਿਹੜਾ ਹੈ ਹਰਿਆਣੇ ਵੱਲੋਂ ਕਿਸਾਨ ਅੰਦੋਲਨਕਾਰੀਆਂ ਦੇ ਹੱਕ ਦੇ ਵਿੱਚ। ਔਰ ਜਿਨ੍ਹਾਂ ਵਿਧਾਇਕਾਂ ਨੇ ਬੇਭਰੋਸਗੀ ਮਤੇ ਦੇ ਡਿੱਗਣ ਵਿੱਚ ਵੋਟ ਪਾਈ ਹੈ, ਉਹ ਬੀਜੇਪੀ ਦੇ ਹੋਣ, ਉਹ ਜੇਜੇਪੀ ਦੇ ਹੋਣ, ਉਹ ਆਜ਼ਾਦ ਹੋਣ, ਉਹਨਾਂ 55 ਵਿਧਾਇਕਾਂ ਦੇ ਖਿਲਾਫ ਤਿੱਖਾ ਸਮਾਜਿਕ ਸੁਨੇਹਾ ਜਿਹੜਾ ਆ ਉਹ ਹਰਿਆਣੇ ਵੱਲੋਂ ਆਉਣ ਵਾਲੇ ਦਿਨਾਂ ਦੇ ਵਿੱਚ ਸਾਨੂੰ ਸੁਣਾਈ ਦੇ ਰਿਹਾ ਹੈ। ਅੱਜ ਇੰਨੀਆਂ ਗੱਲਾਂ, ਬਾਕੀ ਕਿਤੇ ਫੇਰ ਕਰਾਂਗੇ ਦੋਸਤੋ। ਬਹੁਤ ਮਿਹਰਬਾਨੀ।